ਪਹਿਲਾਂ ਤਾਂ ਸਿਰਫ ਦਿਖਣਾ ਘਟਿਆ ਸੀ, ਹੁਣ ਸੁਣਨਾ ਵੀ ਬੰਦ ਕਰਤਾ। ਸੋ ਅਸੀਂ ਆਪਣੇ ਆਪ 'ਚ ਇੰਨੇ ਮਸਰੂਫ ਹੋ ਗਏ ਹਾਂ ਕਿ ਅਸੀਂ ਕੁਦਰਤ ਨੂੰ ਮਾਣਨਾ ਹੀ ਭੁੱਲ ਗਏ। ਜਿਹੜੇ ਆਪਾਂ ਕਹੀਏ ਕਿ ਇਨਡੋਰ ਬੂਟਿਆਂ ਦਾ ਸਹਾਰਾ ਲੈਣਾ ਪੈ ਰਿਹਾ, ਉਹ ਤਾਂ ਮਰਦੇ ਬੰਦੇ ਨੂੰ ਆਕਸੀਜਨ ਲਾਣੇ ਵਾਲਾ ਕੰਮ ਹੈ। ਸੋ ਅਸਲੀ ਲੋੜ ਸਾਡੀ ਹਲੇ ਵੀ ਹਵਾ, ਪਾਣੀ ਔਰ ਰੋਟੀ ਹੋਈ ਹੈ ਕਿ ਅਸੀਂ ਕੰਕਰੀਟ ਦੇ ਜੰਗਲ ਵੀ ਉਸਾਰ ਰਹੇ ਹਾਂ ਅਤੇ ਅਸੀਂ ਬਾਹਰੋਂ ਲਿਆ ਕੇ ਉਹਦੇ 'ਚ ਉਹ ਬੂਟੇ ਵੀ ਲਾ ਰਹੇ ਹਾਂ ਜਿਹੜੇ ਕਿ ਸਾਡੇ ਇੱਥੇ ਦੇ ਮੂਲ ਵਸਨੀਕ ਨਹੀਂ ਹੈ। ਮੇਰੇ ਦਾਦੀ ਜੀ ਵੀ ਦੱਸਦੇ ਹੁੰਦੇ ਸੀ ਕਿ ਕਣਕ ਦੀ ਰੋਟੀ ਘਰ 'ਚ ਤਦ ਬਣਦੀ ਸੀ ਜਦ ਕੋਈ ਮਹਿਮਾਨ ਆਉਂਦਾ ਸੀ। ਸੋ ਇਹ ਬਾਹਰੋਂ ਆਈ ਹੋਈ ਚੀਜ਼ ਹੈ ਸਾਡੇ ਲਈ। ਉਸ ਤੋਂ ਪਹਿਲਾਂ ਤਾਂ ਮੱਕੀ, ਬਾਜਰਾ, ਜਵਾਰ ਇਹ ਖਾਏ ਜਾਂਦੇ ਸੀ। ਨੇੜੇ ਦੀ ਮਾਰਕੀਟ 'ਚ ਵੀ ਜਾਣਾ ਹੈ ਜਿਹੜੀ ਕਿ ਅਸੀਂ ਆਰਾਮ ਨਾਲ ਪੈਦਲ ਵੀ ਜਾ ਸਕਦੇ ਹਾਂ, ਤਾਂ ਵੀ ਅਸੀਂ ਕਾਰ ਚੱਕ ਕੇ ਜਾਂਦੇ ਹਾਂ ਜਾਂ ਸਕੂਟਰ ਚੱਕ ਕੇ ਜਾਂਦੇ ਹਾਂ। ਸੋ ਅਸੀਂ ਵੀ ਬਰਾਬਰ ਦੇ ਭਾਗੀਦਾਰ ਹਾਂ। ਹੁਣ ਅਸੀਂ ਕੰਨਾਂ ਨੂੰ ਈਅਰਫੋਨ ਲਾ ਲਈਦੇ ਆ ਅਤੇ ਉਹਦੇ ਨਾਲ ਬੰਦਾ ਸੈਰ ਕਰ ਰਿਹਾ ਹੈ ਜਾਂ ਸਾਈਕਲਿੰਗ ਕਰ ਰਿਹਾ, ਉਹਦੇ ਆਸ-ਪਾਸ ਕੀ ਹੋ ਰਿਹਾ ਹੈ, ਕੀ ਸੁਣ ਰਿਹਾ, ਕੁਛ ਵੀ ਨਹੀਂ। ਨਾ ਆਵਾਜ਼ ਸੁਣਦੀ ਹੈ, ਨਾ ਕੁਛ ਦਿਖਦਾ ਹੈ। ਵੱਡੀਆਂ ਵੱਡੀਆਂ ਮੰਗਾਂ ਤਾਂ ਰੱਖਦੇ ਹਾਂ ਕਿ ਸਰਕਾਰ ਇਹ ਨਹੀਂ ਕਰਦੀ ਜਾਂ ਇੰਸਟੀਟਿਊਸ਼ਨ ਇਹ ਨਹੀਂ ਕਰਦੇ, ਇੰਡਸਟਰੀ ਆਹ ਚੀਜ਼ ਕਰੇ, ਲੇਕਿਨ ਅਸੀਂ ਆਪ ਨਿੱਜੀ ਪੱਧਰ 'ਤੇ ਜੋ ਕਰ ਸਕਦੇ ਹਾਂ ਉਹ ਅਸੀਂ ਅਕਸਰ ਗੱਲਾਂ 'ਚ ਹੀ ਗਵਾ ਦਿੰਦੇ ਹਾਂ, ਉਹਨੂੰ ਅਮਲੀ ਰੂਪ 'ਚ ਨਹੀਂ ਲੈ ਕੇ ਆਉਂਦੇ। ਹਾਂਜੀ ਡਾਕਟਰ ਸਾਹਿਬ, ਪਹਿਲਾ ਸਵਾਲ ਜਿਹੜਾ ਮੇਰਾ ਉਹੀ ਹੈ ਵੀ ਕਦੋਂ ਤੁਹਾਨੂੰ ਇਹ ਲੱਗਣ ਲੱਗਿਆ ਵੀ ਵੈਸੇ ਤਾਂ ਆਮ ਸਾਰੇ ਪਹਿਲਾਂ ਬਜ਼ੁਰਗ ਜਿਹੜੇ ਸੀ ਅਸਲ 'ਚ ਖੇਤੀ ਕਰਦੇ ਸੀ, ਫਸਲਾਂ ਸਿਰਫ ਨਹੀਂ ਸੀ ਬੀਜਦੇ, ਹੈ ਨਾ, ਅਤੇ ਸਾਰੇ ਇਹੋ ਜਿਹਾ ਸੀ ਪੰਜਾਬ, ਪਰ ਤੁਹਾਨੂੰ ਕਦੋਂ ਲੱਗਿਆ ਵੀ ਯਾਰ ਖਾਸ ਹੀ ਇਹ ਕਰਨਾ ਪੈਣਾ ਤਾਂ ਹੀ ਕੁਛ ਹੈਗਾ, ਜਾਂ ਮਨ ਦੇ ਵਿੱਚ ਕਿਵੇਂ ਆਇਆ? ਜਿਵੇਂ ਜਿਵੇਂ ਅਸੀਂ ਦੇਖਿਆ ਕਿ ਸਾਡੇ ਆਸ-ਪਾਸ ਜੋ ਜ਼ਿੰਦਗੀ ਦਾ ਜੋ ਮੂਲ ਸੀਗਾ ਉਹ ਤਾਂ ਇਹੀ ਸੀ ਕਿ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਰਹਿਣਾ। ਲੇਕਿਨ ਜਿਵੇਂ ਜਿਵੇਂ ਅਸੀਂ ਦੇਖਿਆ ਕਿ ਕਿਵੇਂ ਕੁਦਰਤ ਤੋਂ ਫਾਸਲਾ ਵੱਧ ਰਿਹਾ ਲੋਕਾਂ ਦਾ ਅਤੇ ਹਰ ਚੀਜ਼ ਦਾ ਮਸ਼ੀਨੀਕਰਨ ਹੋ ਰਿਹਾ ਬੰਦਿਆਂ ਸਮੇਤ, ਅਸੀਂ ਵੀ ਮਸ਼ੀਨਾਂ ਬਣਦੇ ਜਾ ਰਹੇ ਹਾਂ ਕਿ ਸਵੇਰੇ ਦਫ਼ਤਰ ਲਈ ਨਿਕਲੇ ਅਤੇ ਸ਼ਾਮ ਨੂੰ ਘਰ ਆ ਕੇ ਵੜੇ, ਅਤੇ ਉਹਦੇ ਵਿਚਕਾਰ ਸਾਡੇ ਆਸ-ਪਾਸ ਕੀ ਹੈ ਉਹਦੇ 'ਤੇ ਬਹੁਤ ਵਾਰੀ ਸਾਡੀ ਨਿਗਾਹ ਵੀ ਨਹੀਂ ਜਾਂਦੀ। ਯੂਨੀਵਰਸਿਟੀ ਸੈਰ ਕਰਦੇ ਹੋਏ ਕਈ ਵਾਰੀ ਦੇਖਿਆ ਹੈ ਕਿ ਹੁਣ ਤਾਂ ਲੋਕ ਚਲੋ ਪਹਿਲਾਂ ਸਮੇਂ ਤਾਂ ਮੋਬਾਈਲ ਫੋਨ ਨਹੀਂ ਸੀ ਹੁੰਦਾ, ਲੇਕਿਨ ਫਿਰ ਵੀ ਜਿਹੜੇ ਸੈਰ ਕਰਨ ਵੀ ਜਾ ਰਹੇ ਨੇ ਉਹ ਨੱਕ ਦੀ ਸੀਟ ਚੱਲਿਆ ਜਾ ਰਿਹਾ ਬੰਦਾ, ਉਹਨੂੰ ਆਪਣੇ ਆਸ-ਪਾਸ ਕੁਝ ਦਿਖ ਹੀ ਨਹੀਂ ਰਿਹਾ, ਜਦ ਕਿ ਇੰਨੀਆਂ ਖੂਬਸੂਰਤ ਚੀਜ਼ਾਂ ਪਈਆਂ ਨੇ। ਹੁਣ ਪਹਿਲਾਂ ਤਾਂ ਸਿਰਫ ਦਿਖਣਾ ਘਟਿਆ ਸੀ, ਹੁਣ ਸੁਣਨਾ ਵੀ ਬੰਦ ਕਰਤਾ। ਹੁਣ ਅਸੀਂ ਕੰਨਾਂ ਨੂੰ ਈਅਰਫੋਨ ਲਾ ਲਈਦੇ ਆ ਅਤੇ ਉਹਦੇ ਨਾਲ ਬੰਦਾ ਸੈਰ ਕਰ ਰਿਹਾ ਹੈ ਜਾਂ ਸਾਈਕਲਿੰਗ ਕਰ ਰਿਹਾ, ਉਹਦੇ ਆਸ-ਪਾਸ ਕੀ ਹੋ ਰਿਹਾ ਹੈ, ਕੀ ਸੁਣ ਰਿਹਾ, ਕੁਛ ਵੀ ਨਹੀਂ। ਨਾ ਆਵਾਜ਼ ਸੁਣਦੀ ਹੈ, ਨਾ ਕੁਛ ਦਿਖਦਾ ਹੈ। ਸੋ ਅਸੀਂ ਆਪਣੇ ਆਪ 'ਚ ਇੰਨੇ ਮਸਰੂਫ ਹੋ ਗਏ ਹਾਂ ਕਿ ਅਸੀਂ ਕੁਦਰਤ ਨੂੰ ਮਾਣਨਾ ਹੀ ਭੁੱਲ ਗਏ। ਸੋ ਇਹੀ ਜਿਹੀਆਂ ਚੀਜ਼ਾਂ ਦੇਖ ਕੇ ਫਿਰ ਸਾਨੂੰ ਲੱਗਿਆ ਕਿ ਇੱਕ ਕੋਸ਼ਿਸ਼ ਕੀਤੀ ਜਾਵੇ ਜਿੱਥੇ ਤੱਕ ਹੋ ਸਕੇ ਲੋਕਾਂ ਨੂੰ ਕੁਦਰਤ ਦੇ ਨਾਲ ਫਿਰ ਤੋਂ ਜੋੜਨ ਦੀ, ਉਹਨਾਂ ਨੂੰ ਇਸ ਚੀਜ਼ ਲਈ ਮਾਈਂਡਫੁਲ ਜਾਂ ਅਵੇਅਰ ਕਰਨ ਦੀ ਦੁਬਾਰਾ ਤੋਂ ਕਿ ਜਦ ਤੁਸੀਂ ਆਪਣੇ ਆਸ-ਪਾਸ ਥੋੜ੍ਹਾ ਜਿਹਾ ਧਿਆਨ ਦਿੰਦੇ ਹੋ ਤਾਂ ਉਹਦੇ 'ਚ ਜੋ ਆਨੰਦ ਮਿਲਦਾ ਹੈ ਉਹ ਤੁਹਾਨੂੰ ਸ਼ਾਇਦ ਹੋਰ ਐਂਟਰਟੇਨਮੈਂਟ ਦੇ ਸੋਰਸਿਸ 'ਚੋਂ ਨਹੀਂ ਮਿਲ ਸਕਦਾ। ਉਹਦੇ 'ਚ ਇੰਨੀ ਸਪੌਂਟੈਨਿਟੀ ਹੁੰਦੀ ਹੈ। ਡਾਕਟਰ ਸਾਹਿਬ, ਜਿਵੇਂ ਕਿ ਆਪਣੀ ਜਨਸੰਖਿਆ ਬਹੁਤ ਵੱਧ ਰਹੀ ਹੈ, ਜੇ ਜਨਸੰਖਿਆ ਵਧੂਗੀ ਤਾਂ ਆਪਾਂ ਨੂੰ ਘਰ ਬਣਾਉਣੇ ਪੈਣਗੇ, ਹੈ ਨਾ। ਜਿਹੜਾ ਇਹ ਰੁੱਖਾਂ ਦਾ ਜੰਗਲ ਹੁੰਦਾ ਸੀ ਉਹ ਕੰਕਰੀਟ ਦੇ ਵਿੱਚ ਲਗਭਗ ਬਦਲ ਰਿਹਾ ਹੈ, ਅਤੇ ਇਹ ਜਿਹੜੇ ਦਰੱਖਤ ਆਪਣੇ ਵੱਡੇ ਵੱਡੇ ਦਰੱਖਤ ਸੀ ਉਹਨਾਂ ਤੋਂ ਕਹਿੰਦੇ ਵੀ ਹੁਣ ਜਿਹੜੇ ਇਨਡੋਰ ਪਲਾਂਟ ਹੈ ਜਾਂ ਜਿਹੜੇ ਬਾਲਕੋਨੀਆਂ 'ਚ ਰੱਖੇ ਹੋਏ ਛੋਟੇ ਛੋਟੇ ਬੂਟੇ ਹੈ, ਸਾਨੂੰ ਉਹਨਾਂ ਤੋਂ ਸਹਾਰਾ ਲੈਣਾ ਪੈ ਰਿਹਾ। ਤੁਹਾਨੂੰ ਕਿਵੇਂ ਲੱਗਦਾ ਵੀ ਉਹ ਵਾਤਾਵਰਨ ਨਾਲੋਂ ਇਹ ਵਾਤਾਵਰਨ ਦਾ ਕਿੰਨਾ ਕੁ ਫਰਕ ਹੈ? ਦੇਖੋ, ਇਹ ਤਾਂ ਜਿਹੜੇ ਆਪਾਂ ਕਹੀਏ ਕਿ ਇਨਡੋਰ ਬੂਟਿਆਂ ਦਾ ਸਹਾਰਾ ਲੈਣਾ ਪੈ ਰਿਹਾ, ਉਹ ਤਾਂ ਮਰਦੇ ਬੰਦੇ ਨੂੰ ਆਕਸੀਜਨ ਲਾਣੇ ਵਾਲਾ ਕੰਮ ਹੈ, ਉਹ ਨੈਚੁਰਲ ਸਾਹ ਲੈਣੇ ਵਾਲਾ ਨਹੀਂ ਹੈ। ਸੋ ਜੇ ਅਸੀਂ ਨੈਚੁਰਲ ਸਾਹ ਲੈਣੇ ਨੇ ਫਿਰ ਤਾਂ ਸਾਨੂੰ ਦਰੱਖਤ ਅਤੇ ਜੰਗਲ ਚਾਹੀਦੇ ਹੀ ਨੇ। ਜੇ ਸੂਈ 'ਤੇ ਚੱਲਣਾ ਹੈ ਫਿਰ ਥੋੜ੍ਹਾ ਬਹੁਤਾ ਕੰਮ ਜਿਹੜਾ ਹੈਗਾ ਉਹ ਇਨਡੋਰ ਨਾਲ ਚੱਲ ਸਕਦਾ ਹੈ, ਲੇਕਿਨ ਅਸੀਂ ਕੰਕਰੀਟ ਦੇ ਜੰਗਲ ਬਿਲਕੁਲ ਬਣਾ ਰਹੇ ਹਾਂ, ਲੇਕਿਨ ਸਾਨੂੰ ਉਹਨਾਂ ਜੰਗਲਾਂ ਦੇ ਵਿੱਚ ਅਸਲੀ ਜੰਗਲ ਲੈ ਕੇ ਆਉਣੇ ਪੈਣੇ ਹੈ ਜੇ ਅਸੀਂ ਸਹੀ ਤਰ੍ਹਾਂ ਜੀਣਾ ਚਾਹੁੰਦੇ ਹਾਂ। ਸਾਨੂੰ ਆਪਣੇ ਸ਼ਹਿਰਾਂ 'ਚ ਜੰਗਲ ਦੁਬਾਰਾ ਤੋਂ ਲੈ ਕੇ ਆਉਣੇ ਪੈਣੇ ਹੈ। ਸੋ ਜਦ ਤੱਕ ਅਸੀਂ ਜੰਗਲਾਂ ਨੂੰ ਫਿਰ ਤੋਂ ਸ਼ਹਿਰ ਦੇ ਵਿੱਚ ਨਹੀਂ ਲੈ ਕੇ ਆਉਂਦੇ, ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਂਦੇ, ਉਨੀ ਦੇਰ ਤੱਕ ਸਾਡੀ ਜ਼ਿੰਦਗੀ ਸੁਖਾਲੀ ਨਹੀਂ ਹੋਣੀ, ਉਹ ਨਕਲੀ ਹੋਈ ਰਹਿਣੀ ਹੈ। ਐ ਨਹੀਂ ਲੱਗਦਾ ਡਾਕਟਰ ਸਾਹਿਬ ਧਿਆਨ ਜਿਹੜਾ ਹੈਗਾ
ਉਹ ਜਿੱਧਰ ਹੋਣਾ ਚਾਹੀਦਾ ਉੱਧਰ ਹੈ ਨਹੀਂ। ਜਿਵੇਂ ਸਾਹ ਲੈਣ ਵੱਲ ਧਿਆਨ ਹੋਣਾ ਚਾਹੀਦਾ, ਸਾਡਾ ਧਿਆਨ ਖਾਣ ਵੱਲ ਹੋਣਾ ਚਾਹੀਦਾ ਹੈ, ਸਾਡਾ ਧਿਆਨ ਸਰੀਰ ਵੱਲ ਹੋਣਾ ਚਾਹੀਦਾ ਬਿਲਕੁਲ। ਪਰ ਉੱਧਰ ਨਹੀਂ ਹੈ। ਸਾਡਾ ਧਿਆਨ ਹੈ ਕਾਰਾਂ ਵੱਲ, ਮੋਬਾਈਲ ਫੋਨ ਵੱਲ ਜਾਂ ਹੋਰ ਟੈਕਨੋਲੋਜੀ ਵੱਲ। ਸੋ ਜਿਹੜੀਆਂ ਜ਼ਿੰਦਗੀ ਦੀਆਂ ਬੇਸਿਕ ਲੋੜਾਂ ਨੇ, ਸਾਨੂੰ ਵੈਸੇ ਪੜ੍ਹਾਇਆ ਹੀ ਸ਼ੁਰੂ ਤੋਂ ਜਾਂ ਸੁਣਾਇਆ ਹੀ ਗਲਤ ਗਿਆ ਹੈ, ਰੋਟੀ, ਕੱਪੜਾ ਔਰ ਮਕਾਨ। ਸੋ ਇਹਦੇ 'ਚੋਂ ਜਿਹੜੀ ਅਸਲੀ ਜ਼ਰੂਰਤ ਹੈ ਉਹ ਤਾਂ ਰੋਟੀ ਹੋਈ ਹੈ, ਬਾਕੀ ਦੋ ਤਾਂ ਅਸੀਂ ਬਣਾਈਆਂ ਹੋਈਆਂ ਨੇ। ਜੇ ਆਪਾਂ ਇਹ ਲਾਈਏ ਕਿ ਬੰਦਾ ਕੱਪੜੇ ਪਾਉਣੇ ਸ਼ੁਰੂ ਕੀਤੇ ਜਾਂ ਮਕਾਨ 'ਚ ਰਹਿਣੇ ਨੂੰ ਕਿੰਨੀ ਕੁ ਦੇਰ ਹੋਈ ਹੈ, ਤਾਂ ਉਹ ਤਾਂ ਜਿੰਨੀ ਦੇਰ ਤੋਂ ਬੰਦੇ ਦੀ ਸ਼ਕਲ 'ਚ ਆਇਆ ਹੈ ਵਨ ਮਾਨੁਸ਼ ਤੋਂ, ਉਹਦਾ ਕੋਈ 100ਵਾਂ ਹਿੱਸਾ ਵੀ ਨਹੀਂ ਹੋਣਾ। ਇੰਨਾ ਕੁ ਸਮਾਂ ਹੋਇਆ ਸਾਨੂੰ ਇਹ ਕੰਮ ਕਰਦਿਆਂ ਨੂੰ। ਉਸ ਤੋਂ ਪਹਿਲਾਂ ਦੀਆਂ ਜ਼ਰੂਰਤਾਂ ਜਿਹੜੀਆਂ ਸੀ ਉਹ ਤਾਂ ਹਵਾ, ਪਾਣੀ ਅਤੇ ਰੋਟੀ ਸੀ। ਸੋ ਅਸਲੀ ਲੋੜ ਸਾਡੀ ਹਲੇ ਵੀ ਹਵਾ, ਪਾਣੀ ਔਰ ਰੋਟੀ ਹੋਈ ਹੈ। ਬਾਕੀ ਜਿਹੜਾ ਹੈ ਉਹ ਸਾਡੀਆਂ ਇੱਛਾਵਾਂ ਨੇ, ਉਹ ਸਾਡੀਆਂ ਮੁੱਢਲੀਆਂ ਲੋੜਾਂ ਨਹੀਂ ਹਨ। ਸੋ ਜੇ ਮੁੱਢਲੀਆਂ ਲੋੜਾਂ ਨੂੰ ਨਹੀਂ ਚੰਗਾ ਰੱਖਾਂਗੇ ਜਾਂ ਉਹਨਾਂ ਦਾ ਧਿਆਨ ਨਹੀਂ ਰੱਖਾਂਗੇ ਤਾਂ ਫਿਰ ਜ਼ਿੰਦਗੀ ਤਾਂ ਉਹਨਾਂ ਨਾਲ ਚੱਲਣੀ ਹੈ ਨਾ। ਕੱਪੜਿਆਂ ਬਿਨਾਂ ਬੰਦਾ ਸਾਰੀ ਉਮਰ ਵੀ ਗੁਜ਼ਾਰ ਸਕਦਾ, ਲੇਕਿਨ ਸਾਹ ਤੋਂ ਬਿਨਾਂ, ਸਾਫ਼ ਹਵਾ ਤੋਂ ਬਿਨਾਂ ਤਾਂ 5 ਮਿੰਟ ਨਹੀਂ ਰਹਿ ਸਕਦਾ। ਤੁਹਾਨੂੰ ਲੱਗਦਾ ਹੈ ਡਾਕਟਰ ਸਾਹਿਬ ਹੱਲ ਹੋ ਸਕਦਾ ਇਹਦਾ ਕੋਈ? ਹੱਲ ਹੁਣ ਕਹਾਵਤਾਂ ਵੀ ਬਣੀਆਂ ਹੋਈਆਂ ਕਿ ਮਛਲੀ ਪੱਥਰ ਚੱਟ ਕੇ ਹੀ ਮੁੜਦੀ ਹੈ। ਸੋ ਹੁਣ ਅਸੀਂ ਪੱਥਰ ਚੱਟ ਰਹੇ ਹਾਂ। ਸੋ ਇਹ ਗੱਲ ਲੱਗ ਗਿਆ ਵੀ ਹੁਣ ਕਿੰਨੀ ਦੇਰ ਚੱਟਦੇ ਰਹਿਣਾ ਮੁੜਨ ਤੋਂ ਪਹਿਲਾਂ, ਲੇਕਿਨ ਮੁੜਨਾ ਤਾਂ ਪੈਣਾ ਹੈ। ਉਹਦਾ ਕੋਈ ਹੱਲ ਨਹੀਂ ਹੈ, ਉਹਦਾ ਕੋਈ ਅਲਟਰਨੇਟਿਵ ਨਹੀਂ ਹੈ। ਡਾਕਟਰ ਸਾਹਿਬ ਜਿਹੜੀ ਸੋਚ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਵੀ ਕਿੱਥੋਂ ਸ਼ੁਰੂਆਤ ਹੋਈ, ਕੀ ਗੱਲਬਾਤ ਬਣੀ ਅਤੇ ਕਿੱਥੋਂ ਤੱਕ ਪਹੁੰਚੀ? ਸ਼ੁਰੂ ਤੋਂ ਦੱਸੋ ਮਾੜਾ ਜਿਹਾ, ਕਿਉਂਕਿ ਪਹਿਲਾਂ ਵੀ ਤੁਸੀਂ ਕਰਦੇ ਰਹੇ ਸੀ, ਠੀਕ ਹੈ, ਉਹਦੇ ਬਾਰੇ ਵੀ ਦੱਸ ਦਿਓ ਅਤੇ ਇੱਧਰ ਕਿਵੇਂ ਪਹੁੰਚੇ। ਸਾਡੀ ਜਿਹੜੀ ਇਹ ਸਾਰੀ ਕਥਾ ਸ਼ੁਰੂ ਹੋਈ, ਇਹ ਰੁੱਖਾਂ ਤੋਂ ਸ਼ੁਰੂ ਹੋਈ ਸੀ ਕਿ ਅਸੀਂ ਦੇਖਿਆ ਕਿ ਜਿਹੜੇ ਸਾਡੇ ਖਿੱਤੇ ਦੇ ਮੂਲ ਰੁੱਖ ਨੇ, ਨੇਟਿਵ ਜਿਹੜੇ ਹੈਗੇ ਨੇ, ਜਿਹੜੇ ਸਾਡੇ ਵਿਰਾਸਤੀ ਰੁੱਖ ਨੇ, ਜੋ ਇੱਥੇ ਅਸਲ 'ਚ ਪਾਏ ਜਾਂਦੇ ਸੀ ਇੰਨੀ ਵਸੋਂ ਹੋਣ ਤੋਂ ਪਹਿਲਾਂ, ਉਹ ਜਿਹੜੇ ਨੇ ਉਹ ਬਹੁਤ ਘੱਟ ਲੱਭ ਰਹੇ ਨੇ ਹੁਣ। ਕਿ ਅਸੀਂ ਕੰਕਰੀਟ ਦੇ ਜੰਗਲ ਵੀ ਉਸਾਰ ਰਹੇ ਹਾਂ ਅਤੇ ਅਸੀਂ ਬਾਹਰੋਂ ਲਿਆ ਕੇ ਉਹਦੇ 'ਚ ਉਹ ਬੂਟੇ ਵੀ ਲਾ ਰਹੇ ਹਾਂ ਜਿਹੜੇ ਕਿ ਸਾਡੇ ਇੱਥੇ ਦੇ ਮੂਲ ਵਸਨੀਕ ਨਹੀਂ ਹੈ। ਸੋ ਇਹਦੇ 'ਚ ਕੋਈ ਹਰਜ ਨਹੀਂ ਹੈ ਕਿ ਜੇ ਅਸੀਂ ਬਾਹਰੋਂ ਲਿਆ ਕੇ ਕੁਝ ਲਾ ਰਹੇ ਹਾਂ, ਬੇਸ਼ੱਕ ਲਗਾਓ, ਲੇਕਿਨ ਜੋ ਸਾਡਾ ਆਪਣਾ ਹੈ ਉਹਨੂੰ ਸੰਭਾਲ ਕੇ ਰੱਖਣਾ ਵੀ ਉਨਾ ਹੀ ਜ਼ਰੂਰੀ ਹੈ। ਕਿਉਂਕਿ ਜੇ ਅਸੀਂ ਉਹਦੇ ਤੋਂ ਵਿਮੁਖ ਹੁੰਦੇ ਹਾਂ ਤਾਂ ਉਹਦਾ ਸਾਡੇ ਵਾਤਾਵਰਨ 'ਤੇ ਬੜਾ ਮਾੜਾ ਅਸਰ ਪੈਂਦਾ ਹੈ। ਜਿਹੜੇ ਪਸ਼ੂ ਪੰਛੀਆਂ ਦੀਆਂ, ਕੀੜਿਆਂ ਮਕੌੜਿਆਂ ਦੀਆਂ ਜੋ ਵਨਸਪਤੀ ਦੇ ਨਾਲ ਸਾਂਝ ਬਣਦੀ ਹੈ, ਉਹ ਕੁਝ 100 ਸਾਲਾਂ 'ਚ ਨਹੀਂ, ਉਹ ਕਰੋੜਾਂ ਸਾਲਾਂ 'ਚ ਬਣੀ ਹੋਈ ਸਾਂਝ ਹੈ, ਹਜ਼ਾਰਾਂ ਸਾਲਾਂ ਦੀ ਬਣੀ ਹੋਈ ਸਾਂਝ ਹੈ। ਸੋ ਅਸੀਂ ਜਿਹੜੇ ਬਦਲਾਅ ਕੀਤੇ ਨੇ ਇਹ ਤਾਂ ਸਾਰੇ ਇਹਦੇ ਸਾਰੇ ਜ਼ਿਆਦਾ ਤੋਂ ਜ਼ਿਆਦਾ 200-250 ਸਾਲ ਪੁਰਾਣੇ ਨੇ। ਸੋ ਇੰਨੀ ਦੇਰ ਦੇ ਵਿੱਚ ਜਿਹੜੇ ਕੁਦਰਤ ਦੇ ਸਾਰੇ ਹਿੱਸਿਆਂ ਦੀ ਆਪਸ 'ਚ ਇੰਟਰੈਕਸ਼ਨ ਹੈ ਉਹ ਨਹੀਂ ਬਦਲਦੀ। ਸੋ ਉਹਦੇ ਲਈ ਬਹੁਤ ਜ਼ਿਆਦਾ ਲੰਬਾ ਸਮਾਂ ਲੱਗਦਾ ਹੈ। ਸੋ ਜੇ ਅਸੀਂ ਆਪਣੇ ਮੂਲ ਬੂਟਿਆਂ ਨੂੰ ਭੁੱਲ ਜਾਵਾਂਗੇ ਤਾਂ ਸਾਡੇ ਜਿਹੜੇ ਬਾਕੀ ਦੇ ਪਸ਼ੂ ਪੰਛੀ, ਜੀਵ ਜੰਤੂ ਨੇ, ਉਹਨਾਂ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ, ਉਹਨਾਂ ਤੋਂ ਵੀ ਅਸੀਂ ਹੱਥ ਤੋਂ ਬੈਠਾਂਗੇ। ਸੋ ਉਹਨਾਂ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਮੂਲ ਬੂਟਿਆਂ ਨੂੰ, ਮੂਲ ਪੌਦਿਆਂ ਨੂੰ ਬਚਾ ਕੇ ਰੱਖੀਏ। ਸੋ ਉੱਥੇ ਉਸ ਗੱਲ ਤੋਂ ਇਹ ਕਹਾਣੀ ਸ਼ੁਰੂ ਹੋਈ ਸੀ। ਸੋ ਸ਼ੁਰੂਆਤ ਅਸੀਂ ਆਪਣੇ ਨੇਟਿਵ ਟਰੀਜ਼ ਦੇ ਬਚਾਉਣ ਤੋਂ ਕੀਤੀ ਸੀ, ਉਹਨਾਂ ਦੀ ਡਾਕੂਮੈਂਟੇਸ਼ਨ ਤੋਂ ਕੀਤੀ ਸੀ। ਕਿ ਸਾਨੂੰ ਜ਼ਿਆਦਾਤਰ ਇਹੀ ਨਹੀਂ ਪਤਾ ਹੁੰਦਾ ਕਿ ਸਾਡੇ ਮੂਲ ਰੁੱਖ ਹੈ ਕਿਹੜੇ, ਕਿਉਂਕਿ ਅਸੀਂ ਉਹਨਾਂ ਨੂੰ ਦੇਖਦੇ ਹੀ ਨਹੀਂ ਜਾਂ ਅਸੀਂ ਉਹਨਾਂ ਨੂੰ ਬਚਾ ਕੇ ਨਹੀਂ ਰੱਖਿਆ, ਇਸ ਕਰਕੇ ਵੀ। ਸੋ ਅਸੀਂ ਪਹਿਲਾਂ ਉਹਨਾਂ ਨੂੰ ਡਾਕੂਮੈਂਟ ਕੀਤਾ, ਅਲੱਗ-ਅਲੱਗ ਸੋਰਸਿਸ ਤੋਂ ਲੱਭਿਆ ਕਿ ਸਾਡਾ ਲਿਟਰੇਚਰ ਕੀ ਕਹਿੰਦਾ ਹੈ, ਮੋਟੇ-ਮੋਟੇ ਨਾਮ ਵੀ ਦੱਸ ਦਿਓ, ਸਾਨੂੰ ਸਾਨੂੰ ਗੁਰਬਾਣੀ ਕੀ ਕਹਿੰਦੀ ਹੈ, ਜਾਂ ਸਾਡੇ ਕਲਚਰ ਦੇ ਨਾਲ ਜੁੜੇ ਹੋਏ ਰੁੱਖ ਕਿਹੜੇ ਨੇ, ਕਿਹੜੇ ਸਾਡੀ ਖੁਰਾਕ ਦਾ ਹਿੱਸਾ ਰਹੇ ਨੇ। ਸੋ ਕਣਕ ਅਸੀਂ ਬਹੁਤ ਬਾਅਦ 'ਚ ਖਾਣੀ ਸ਼ੁਰੂ ਕੀਤੀ ਹੈ। ਮੇਰੇ ਦਾਦੀ ਜੀ ਵੀ ਦੱਸਦੇ ਹੁੰਦੇ ਸੀ ਕਿ ਕਣਕ ਦੀ ਰੋਟੀ ਘਰ 'ਚ ਤਦ ਬਣਦੀ ਸੀ ਜਦ ਕੋਈ ਮਹਿਮਾਨ ਆਉਂਦਾ ਸੀ। ਸੋ ਇਹ ਬਾਹਰੋਂ ਆਈ ਹੋਈ ਚੀਜ਼ ਹੈ ਸਾਡੇ ਲਈ। ਉਸ ਤੋਂ ਪਹਿਲਾਂ ਤਾਂ ਮੱਕੀ, ਬਾਜਰਾ, ਜਵਾਰ ਇਹ ਖਾਏ ਜਾਂਦੇ ਸੀ। ਸੋ ਇਸੇ ਤਰ੍ਹਾਂ ਸਾਡੇ ਬਾਕੀ ਦੇ ਰੁੱਖ ਬੂਟੇ ਵੀ ਨੇ। ਸੋ ਜੰਡ ਅਸੀਂ ਸਿਰਫ ਮਿਰਜ਼ੇ ਦੇ ਨਾਲ ਰਿਲੇਟ ਕਰਕੇ ਪੜ੍ਹਦੇ ਹਾਂ, ਹੁਣ ਦੇਖਣ ਨੂੰ ਲੱਭਦੀ ਨਹੀਂ। ਇਸੇ ਤਰ੍ਹਾਂ ਵਣ ਹੈ, ਪੀਲੂ ਹੈ, ਕਰੀਰ ਹੈ। ਸੋ ਜੇ ਅਚਾਰ 'ਚ ਕਿਤੇ ਡੇਲੇ ਆਉਂਦੇ ਵੀ ਹੈ ਤਾਂ ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕੀ ਖਾ ਰਹੇ ਹਾਂ। ਸੋ ਇਹਨਾਂ ਚੀਜ਼ਾਂ ਨਾਲੋਂ ਅਸੀਂ ਟੁੱਟ ਗਏ ਹਾਂ। ਸੋ ਹੈ ਸਾਰਾ ਕੁਝ ਹਲੇ ਵੀ, ਲੇਕਿਨ ਉਹਨੂੰ ਹੋਰ ਜ਼ਿਆਦਾ ਸਾਂਭਣ ਦੀ, ਵਧਾਉਣ ਦੀ ਲੋੜ ਹੈ। ਸੋ ਰੁੱਖਾਂ ਤੋਂ ਗੱਲ ਸ਼ੁਰੂ ਹੋਈ, ਫਿਰ ਹੌਲੀ ਹੌਲੀ ਇਹਦੇ 'ਚ এনवायरमेंट ਦੇ ਬਾਕੀ ਦੇ ਪੱਖ ਆਉਂਦੇ ਗਏ, ਕਿਉਂਕਿ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਅਸੀਂ ਕਿਸੇ ਨੂੰ ਵੱਖ ਕਰਕੇ, ਇਕੱਲਾ ਕਰਕੇ ਨਹੀਂ ਸੰਭਾਲ ਸਕਦੇ। ਜੇ ਸਾਡਾ
ਆਸ-ਪਾਸ ਵਾਤਾਵਰਣ ਹੀ ਸਾਫ਼ ਨਹੀਂ ਹੈ ਤਾਂ ਸਾਡੇ ਰੁੱਖ ਬੂਟੇ ਜਾਂ ਪੰਛੀ ਵੀ ਕਿਵੇਂ ਬਚਣਗੇ। ਸੋ ਫਿਰ ਉਹ ਹੌਲੀ-ਹੌਲੀ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਵਾਤਾਵਰਣ ਨੂੰ ਇੱਕ ਟੋਟਲ ਇੱਕ ਸਿੰਗਲ ਮੁੱਦਾ ਬਣਾ ਕੇ ਫਿਰ ਇਹ ਸੋਚ ਦੀ ਸ਼ੁਰੂਆਤ ਹੋਈ ਤਾਂ ਕਿ ਸਾਰੀਆਂ ਚੀਜ਼ਾਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਜਾ ਸਕੇ, ਸਾਰਿਆਂ ਦੇ ਬਾਰੇ 'ਚ ਇਕੱਠੀ ਗੱਲ ਕੀਤੀ ਜਾ ਸਕੇ। ਇਹਦੇ 'ਚ ਕੀ ਕੁਛ ਹੈ ਫਿਰ, ਕਦੋਂ ਕਿਹੜੇ ਸਾਲ ਤੋਂ ਤੁਸੀਂ ਪਹਿਲਾਂ ਉਹ ਕੀਤਾ ਤੇ ਇਹਦੇ 'ਚ ਕੀ ਕੁਛ ਹੈ ਖਾਸ ਤੌਰ ਦੇ ਉੱਤੇ ਵੀ ਜਿਹੜਾ ਲੋਕਾਂ ਨੂੰ ਇਹਦਾ ਫਾਇਦਾ ਵੀ ਹੋਊਗਾ, ਪਤਾ ਵੀ ਲੱਗੂਗਾ? ਸੋਚ ਦੇ ਬਾਰੇ 'ਚ ਜਿਹੜਾ ਪਹਿਲਾ ਵਿਚਾਰ ਆਇਆ ਸੀ ਜੀ, ਉਹ ਅੱਜ ਤੋਂ ਕਰੀਬ 1.5 ਸਾਲ ਪਹਿਲਾਂ ਕੀਤਾ ਸੀ ਅਸੀਂ ਸ਼ੁਰੂ। ਸੋ ਉਸ ਵੇਲੇ ਵਿਚਾਰ ਆਇਆ ਕਿ এনवायरमेंट ਦੇ ਨਾਲ ਸੰਬੰਧਿਤ ਜਾਂ ਵਾਤਾਵਰਨ ਨਾਲ ਸੰਬੰਧਿਤ ਜਿੰਨੇ ਵੀ ਲੋਕ ਕੰਮ ਕਰ ਰਹੇ ਨੇ, ਜ਼ਿਆਦਾਤਰ ਜਿਵੇਂ ਪਹਿਲਾਂ ਅਸੀਂ ਵੀ ਸਿਰਫ ਰੁੱਖਾਂ 'ਤੇ ਕੰਮ ਕਰ ਰਹੇ ਸੀ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਕੋਈ ਰੁੱਖ 'ਤੇ ਕੰਮ ਕਰ ਰਿਹਾ ਹੈ, ਕੋਈ ਪਾਣੀ 'ਤੇ ਕੰਮ ਕਰ ਰਿਹਾ ਹੈ, ਕੋਈ ਹਵਾ 'ਤੇ ਕੰਮ ਕਰ ਰਿਹਾ ਹੈ। ਸੋ ਅਲੱਗ-ਅਲੱਗ ਕੰਮ ਹੋ ਰਹੇ ਨੇ। ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਿਆਂ ਕਰਨ ਲਈ ਜਿਹੜਾ ਹੈ ਉਹ ਸੋਚ ਦੇ ਬਾਰੇ 'ਚ ਵਿਚਾਰ ਬਣਿਆ ਕਿ ਇੱਕ ਸੰਸਥਾ ਐਸੀ ਬਣਾਈ ਜਾਵੇ ਜਿਹਦੇ 'ਤੇ ਸਾਰੇ ਉਹ ਲੋਕ ਇਕੱਠੇ ਹੋ ਸਕਣ ਜੋ ਵਾਤਾਵਰਨ ਦੇ ਬਾਰੇ ਚਿੰਤਾ ਕਰਨੇ ਦੇ ਉਹਦੇ ਬਾਰੇ 'ਚ ਕੰਮ ਕਰਦੇ ਨੇ। ਸੋ ਉੱਥੋਂ ਇਹ ਸ਼ੁਰੂਆਤ ਹੋਈ ਤੇ ਫਿਰ ਅਸੀਂ 1 ਸਾਲ ਪਹਿਲਾਂ ਇਹਦੇ 'ਤੇ ਪਹਿਲਾ ਜਿਹੜਾ ਵਾਤਾਵਰਨ ਸੰਭਾਲ ਮੇਲਾ ਸੀ ਉਹ ਖੋਸਾ ਕੋਟਲਾ 'ਚ ਲਗਾਇਆ, ਜਿਹਦੇ 'ਚ ਇਹ ਸ਼ੁਰੂਆਤ ਕੀਤੀ ਗਈ ਕਿ ਉਸ ਵੇਲੇ ਜਿੰਨੇ ਇਕੱਠੇ ਹੋ ਸਕੇ ਅਸੀਂ ਲੋਕ ਉੱਥੇ ਇਕੱਠੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਬੰਦੇ ਇਸ ਵਾਤਾਵਰਨ ਦੇ ਸੰਬੰਧ 'ਚ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਉੱਥੇ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਤੇ ਜਿੰਨੀ ਕੁ ਉਸ ਵੇਲੇ ਸਾਨੂੰ ਮਿਲ ਸਕੀਆਂ ਚੀਜ਼ਾਂ ਅਸੀਂ ਡਿਸਪਲੇ ਵੀ ਕੀਤੀਆਂ ਐਗਜ਼ੀਬਿਸ਼ਨ ਦੇ ਰੂਪ 'ਚ ਕਿ ਕੀ ਤੁਸੀਂ ਆਪਣੇ ਵਾਤਾਵਰਨ ਲਈ ਕਰ ਸਕਦੇ ਹੋ, ਉਹਦੇ ਲਈ ਸਾਡੇ ਕੋਲ ਕੀ ਤਰੀਕੇ ਕੀ ਤਕਨੀਕਾਂ ਅਵੇਲੇਬਲ ਨੇ ਕਿ ਤੁਸੀਂ ਕਿਵੇਂ ਕੋਈ ਵੀ ਬੰਦਾ ਕਿਵੇਂ ਆਪਣੇ ਪੱਧਰ 'ਤੇ এনवायरमेंट ਲਈ ਕੰਟਰੀਬਿਊਟ ਕਰ ਸਕਦਾ ਹੈ। ਸੋ ਅਸੀਂ ਅਕਸਰ ਵੱਡੀਆਂ ਮੰਗਾਂ ਤਾਂ ਰੱਖਦੇ ਹਾਂ ਕਿ ਸਰਕਾਰ ਇਹ ਨਹੀਂ ਕਰਦੀ ਜਾਂ ਇੰਸਟੀਟਿਊਸ਼ਨ ਇਹ ਨਹੀਂ ਕਰਦੇ, ਇੰਡਸਟਰੀ ਆਹ ਚੀਜ਼ ਕਰੇ, ਲੇਕਿਨ ਅਸੀਂ ਆਪ ਨਿੱਜੀ ਪੱਧਰ 'ਤੇ ਜੋ ਕਰ ਸਕਦੇ ਹਾਂ ਉਹ ਅਸੀਂ ਅਕਸਰ ਗੱਲਾਂ 'ਚ ਹੀ ਗਵਾ ਦਿੰਦੇ ਹਾਂ, ਉਹਨੂੰ ਅਮਲੀ ਰੂਪ 'ਚ ਨਹੀਂ ਲੈ ਕੇ ਆਉਂਦੇ। ਸੋ ਉਹ ਕਈ ਵਾਰੀ ਇਹ ਵੀ ਹੁੰਦਾ ਕਿ ਸਾਨੂੰ ਉਸ ਚੀਜ਼ ਦੇ ਬਾਰੇ 'ਚ ਪੂਰੀ ਇਨਫੋਰਮੇਸ਼ਨ ਨਹੀਂ ਹੁੰਦੀ ਕਿ ਅਸੀਂ ਇਹ ਜੇ ਕਰਨਾ ਵੀ ਚਾਹੀਏ ਤਾਂ ਕਿਵੇਂ ਕਰ ਸਕਦੇ ਹਾਂ। ਸੋ ਬਹੁਤ ਸਾਰੇ ਲੋਕ ਜਿਵੇਂ ਸਾਨੂੰ ਕੰਪੋਸਟਿੰਗ ਦੇ ਬਾਰੇ 'ਚ ਪੁੱਛਦੇ ਆ ਕਿ ਅਸੀਂ ਕਿਵੇਂ ਕਰ ਸਕਦੇ ਹਾਂ। ਸੋ ਉਹਨੂੰ ਲਾਈਵ ਡੈਮੋਨਸਟ੍ਰੇਟ ਕਰ ਸਕੀਏ, ਇਹੋ ਜਿਹੀਆਂ ਹੋਰ ਤਕਨੀਕਾਂ ਜਿਹੜੀਆਂ ਵੀ ਹੈਗੀਆਂ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਸਕੀਏ ਕਿ ਆਹ ਤੁਹਾਡੇ ਸਾਹਮਣੇ ਚੀਜ਼ ਪਈ ਹੈ, ਇੱਦਾਂ ਕੰਮ ਕਰਦੀ ਹੈ, ਹੁਣ ਤੁਸੀਂ ਇਹਨੂੰ ਵਰਤ ਕੇ ਦੇਖੋ। ਸੋ ਉਹਦੇ ਲਈ ਇਹ ਉਪਰਾਲਾ ਜਿਹੜਾ ਹੈ ਉਹ ਕੀਤਾ ਗਿਆ। ਇਸ ਵਾਰ ਦਾ ਕੀ ਮਾਹੌਲ ਹੈ? ਇਸ ਵਾਰ ਸੁਣਿਆ ਤੁਸੀਂ ਬਹੁਤ ਵੱਡਾ ਕਰ ਰਹੇ ਮਾਹੌਲ। ਪਿਛਲੀ ਵਾਰ ਜਿਹੜਾ ਮੇਲਾ ਸੀ ਇੱਕ ਤਾਂ ਉਹ ਚਲੋ ਸ਼ੁਰੂਆਤੀ ਸੀ, ਪਹਿਲਾ ਮੇਲਾ ਸੀ, ਇੱਕ ਤਜਰਬੇ ਦੇ ਰੂਪ 'ਚ ਕੀਤਾ ਗਿਆ ਸੀ ਔਰ ਉਹ ਤਜਰਬਾ ਕਾਫੀ ਹੱਦ ਤੱਕ ਸਫਲ ਰਿਹਾ। ਸੋ ਫਿਰ ਇਸ ਵਾਰ ਅਸੀਂ ਉਹਨੂੰ ਇੱਕ ਤਾਂ ਮੇਨ ਸਟਰੀਮ 'ਚ ਲੈ ਕੇ ਆ ਰਹੇ ਹਾਂ ਕਿ ਪਹਿਲਾਂ ਉਹ ਮੋਗੇ ਦੇ ਤੋਂ ਤਕਰੀਬਨ 10 ਕਿਲੋਮੀਟਰ ਦੂਰ ਸੀ, ਉੱਥੇ ਲੋਕਾਂ ਨੂੰ ਪਹੁੰਚਣ ਦੀ ਵੀ ਸਮੱਸਿਆ ਸੀ। ਸੋ ਇਸ ਵਾਰ ਅਸੀਂ ਇਹ ਜਿਹੜਾ ਮੇਲਾ ਹੈ ਇਹ ਲੁਧਿਆਣੇ ਲੈ ਕੇ ਆ ਰਹੇ ਹਾਂ। ਸੈਂਟਰਲ ਪਲੇਸ ਹੈ, ਸਾਰੇ ਪੰਜਾਬ ਤੋਂ ਆਉਣਾ ਬੜਾ ਸੌਖਾ ਹੈ, ਕਨੈਕਟੀਵਿਟੀ ਬੜੀ ਹੈਗੀ ਹੈ। ਸੋ ਕੋਈ ਵੀ ਜਿਹੜਾ ਚਾਹਵਾਨ ਹੈ ਉਹ ਆਸਾਨੀ ਨਾਲ ਪਹੁੰਚ ਸਕਦਾ ਹੈ। ਫਿਰ ਸ਼ਹਿਰ ਦੇ ਲੋਕ ਇਹਦਾ ਫਾਇਦਾ ਜ਼ਿਆਦਾ ਲੈ ਸਕਣਗੇ, ਇੱਥੇ ਜ਼ਿਆਦਾ ਵੱਡੀ ਰੀਚ ਮਿਲੂਗੀ। ਸੋ ਇਸ ਲਈ ਇਸ ਵਾਰ ਅਸੀਂ ਇਹ ਜਿਹੜਾ ਮੇਲਾ ਹੈ ਉਹ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ 25 ਨਵੰਬਰ ਨੂੰ ਲਗਾ ਰਹੇ ਹਾਂ। ਇਸ ਵਾਰ ਇਸ ਮੇਲੇ 'ਚ ਸਾਡੇ ਨਾਲ ਜਿਹੜੇ ਸੰਸਥਾਵਾਂ ਸ਼ਾਮਿਲ ਹੋ ਰਹੀਆਂ ਨੇ, ਸਾਡੇ ਨਾਲ ਸਾਂਝੀਵਾਲ ਹੋ ਰਹੀਆਂ ਨੇ, ਉਹਦੇ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ, ਪੋਲਿਊਸ਼ਨ ਕੰਟਰੋਲ ਬੋਰਡ ਹੈ, ਜਿਹੜੀ ਇੰਡਸਟਰੀ ਦੀ ਆਪਣੀਆਂ ਆਰਗੇਨਾਈਜੇਸ਼ਨ ਨੇ ਉਹਨਾਂ ਦੀਆਂ ਆਪਣੀਆਂ ਐਸੋਸੀਏਸ਼ਨਸ ਨੇ, ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲ ਰਹੇ ਹਾਂ। ਫਿਰ ਆਪਣੀ ਖੇਤੀ ਫਾਊਂਡੇਸ਼ਨ ਹੈ ਜੋ ਇਹਦਾ ਡਿਜੀਟਲ ਰੂਪ ਤਿਆਰ ਕਰਦੇ ਨੇ, ਉਹ ਸਾਡੇ ਨਾਲ ਨੇ। ਅਤੇ ਸਭ ਤੋਂ ਵੱਡਾ ਜਿਹੜਾ ਇਹਦੇ 'ਚ ਰੋਲ ਹੈ ਉਹ ਗੁਰੂ ਸਾਹਿਬ ਟਰਸਟ ਜਿਹੜਾ ਹੈਗਾ ਚੈਰੀਟੇਬਲ ਟਰਸਟ ਖੋਸਾ ਪਾਂਡੋ ਸੰਤ ਬਾਬਾ ਗੁਰਮੀਤ ਸਿੰਘ ਜੀ ਨੇ, ਜਿਹੜੇ ਇਸ ਸੰਸਥਾ ਦੇ ਸਰਪ੍ਰਸਤ ਵੀ ਨੇ, ਅਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹ ਉਹਨਾਂ ਦਾ ਹੁੰਦਾ ਇਸ ਮੇਲੇ ਦੇ ਵਿੱਚ ਜਾਂ ਇਸ ਸਾਰੇ ਪ੍ਰੋਗਰਾਮ ਦੇ ਵਿੱਚ। ਸੋ ਸੋਚ ਦੇ ਬਾਨੀ ਵੀ ਉਹੀ ਨੇ। ਸੋ ਇਹ ਸਾਰੀਆਂ ਸੰਸਥਾਵਾਂ ਮੋਢਾ ਜੋੜ ਕੇ ਇਸ ਵਾਰ ਇਹ ਪ੍ਰੋਗਰਾਮ ਲੈ ਕੇ ਆ ਰਹੀਆਂ ਨੇ ਕਿ ਉਸ ਜੋ ਪਹਿਲਾਂ ਕੀਤਾ ਸੀ ਉਸ ਤੋਂ ਵੀ ਵੱਡੇ ਲੈਵਲ 'ਤੇ ਅਸੀਂ ਡੈਮੋਨਸਟ੍ਰੇਟ ਕਰ ਸਕੀਏ, ਲੋਕਾਂ ਨੂੰ ਦਿਖਾ ਸਕੀਏ ਕਿ ਕੀ ਤੁਸੀਂ ਵਾਤਾਵਰਨ ਲਈ ਕਰ ਸਕਦੇ ਹੋ, ਇੱਕ ਇੰਡੀਵਿਜੂਅਲ ਕੀ ਕਰ ਸਕਦਾ ਹੈ। ਸਾਡਾ ਸਾਰਾ ਫੋਕਸ ਇਸ ਵਾਰ ਇਸੇ ਗੱਲ 'ਤੇ ਹੈ ਕਿ ਜੇ ਮੈਂ ਇਕੱਲਾ এনवायरमेंट ਲਈ ਕੁਝ ਕਰਨਾ ਚਾਹਾਂ ਤਾਂ ਮੈਂ ਕੀ ਕਰ ਸਕਦਾ। ਕਿਉਂਕਿ ਜੋ ਜ਼ਿਆਦਾਤਰ ਇਮੇਜ ਬਣੀ ਹੋਈ ਹੈ ਉਹ এনवायरमेंट 'ਤੇ ਕੰਮ ਕਰਨ ਲਈ ਬੰਦਾ ਜਿਹੜਾ ਸਾਲ 'ਚ 1 ਜਾਂ 2 ਵਾਰੀ ਕੁਝ ਬੂਟੇ ਲਾ ਲੈਂਦਾ ਹੈ ਫੋਟੋਆਂ ਖਿਚਾਉਣ ਲਈ, ਜਾਂ ਵੈਸੇ ਵੀ ਸੀਰੀਅਸਲੀ ਵੀ ਲਾ ਲੈਂਦਾ, ਤਾਂ ਵਾਤਾਵਰਨ ਦਾ ਵੱਡਾ ਮੁੱਦਾ ਜਿਹੜਾ ਹੈ ਉਹ ਬੂਟੇ ਲਾਉਣ ਤੱਕ ਸੀਮਿਤ ਹੋ ਗਿਆ। ਉਸ ਤੋਂ ਇਲਾਵਾ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ
ਸਾਰੀਆਂ ਇਹ ਸੋਚਦੇ ਹਾਂ ਵੀ ਹੁਣ ਇਹ ਸਰਕਾਰ ਦਾ ਹੀ ਕੰਮ ਹੈ, ਅਸੀਂ ਬਸ ਬੂਟੇ ਲਾਵਾਂਗੇ, ਬਾਕੀ ਅਸੀਂ ਪਲਾਸਟਿਕ ਦੀਆਂ ਬੋਤਲਾਂ ਵੀ ਉਨੀਆਂ ਹੀ ਵਰਤਾਂਗੇ, ਅਸੀਂ ਕੂੜਾ ਵੀ ਉਨਾ ਹੀ ਖਿਲਾਰਾਂਗੇ ਅਤੇ ਧੂੰਆਂ ਵੀ ਉਨਾ ਹੀ ਫੈਲਾਵਾਂਗੇ। ਉਹ ਸਾਰੇ ਕੰਮ ਜਿਹੜੇ ਨੇ ਉਹ ਸਰਕਾਰ ਨੇ ਕਰਨੇ ਹੈ, ਅਸੀਂ ਸਿਰਫ ਬੂਟੇ ਲਾ ਸਕਦੇ ਹਾਂ। ਸੋ ਇਸ ਸੋਚ ਨੂੰ ਥੋੜ੍ਹਾ ਜਿਹਾ ਬਦਲਣ ਦੀ ਕੋਸ਼ਿਸ਼ ਕਰਨ ਲਈ ਉਹਦੇ ਲਈ ਅਸੀਂ ਇੰਡੀਵਿਜੂਅਲ ਲਈ ਜਿਹੜੀਆਂ ਟੈਕਨੋਲੋਜੀ ਅਵੇਲੇਬਲ ਨੇ ਉਹ ਦਿਖਾਉਣ ਦੀ ਕੋਸ਼ਿਸ਼ ਇਸ ਵਾਰ ਕਰਾਂਗੇ। ਪਹਿਲਾਂ ਜਿਹੜਾ ਤੁਸੀਂ ਕੀਤਾ ਉਹਦਾ ਕੀ ਰਿਸਪੌਂਸ ਰਿਹਾ ਤੁਹਾਨੂੰ? ਉਹਦੇ ਨਾਲ ਜਿਹੜਾ ਸਾਨੂੰ ਸਭ ਤੋਂ ਵੱਡਾ ਫਾਇਦਾ ਲੱਗਿਆ ਉਹ ਇਹ ਸੀ ਕਿ ਸਾਡੇ ਨਾਲ ਹੋਰ ਬਹੁਤ ਸਾਰੇ ਲੋਕ ਆ ਕੇ ਜੁੜੇ ਨੇ। ਸੋ ਫਿਲਹਾਲ ਤਾਂ ਹਲੇ ਵੀ ਅਸੀਂ ਇਹੀ ਮੰਨਦੇ ਹਾਂ ਕਿ ਸਾਡੀ ਸ਼ੁਰੂਆਤ ਹੈ, ਹਲੇ ਤਾਂ ਅਸੀਂ ਕਾਫਲਾ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਹੌਲੀ ਹੌਲੀ ਇਸ ਕਾਫਲੇ ਨੂੰ ਵਧਾਵਾਂਗੇ ਅਤੇ ਜਿੱਥੇ ਤੱਕ ਹੋ ਸਕੇ ਸਭ ਲੋਕਾਂ ਤੱਕ ਇਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ ਮੈਨੂੰ ਇਹ ਜ਼ਰੂਰ ਦੱਸੋ, ਆਪਾਂ ਇਹ ਤੋਂ ਥੋੜ੍ਹੀ ਜਿਹੀ ਅਲੱਗ ਗੱਲ ਕਰਦੇ ਹਾਂ ਵੀ ਜਿਵੇਂ ਤੁਸੀਂ ਕਰ ਰਹੇ ਹੋ ਜਾਂ ਹੋਰ ਬਹੁਤ ਟਾਈਮ ਦੇ ਕਰ ਰਹੇ ਹੋ ਤੁਸੀਂ, ਹੈ ਨਾ, ਹੋਰ ਵੀ ਸੰਸਥਾਵਾਂ ਕਰੀ ਜਾਂਦੀਆਂ, ਪਰ ਅਸੀਂ ਜਿੱਥੇ ਸਰਕਾਰ ਦੀ ਗੱਲ ਕਰਦੇ ਹਾਂ ਆਪਾਂ, ਜਦੋਂ ਅਸੀਂ ਬਠਿੰਡੇ ਵਾਲੇ ਚੰਡੀਗੜ੍ਹ ਜਾਂਦੇ ਹਾਂ ਤਾਂ ਸੀਟ ਬੈਲਟ ਲਾ ਲੈਂਦੇ ਹਾਂ, ਹੈ ਨਾ, ਕਿਉਂਕਿ ਉੱਥੇ ਸਖਤਾਈ ਜ਼ਿਆਦਾ ਹੈ। ਜਦੋਂ ਇੱਧਰਲਾ ਬੰਦਾ ਕੈਨੇਡਾ ਜਾਂਦਾ ਹੈ ਜਾਂ ਅਮਰੀਕਾ ਜਾਂਦਾ, ਉਹ ਕਹਿੰਦੇ ਵੀ ਉੱਥੇ ਤਾਂ ਯਾਰ ਦਰਖਤ ਪੱਟਣ ਹੀ ਨਹੀਂ ਦਿੰਦੇ, ਉੱਥੇ ਐਂ ਨਹੀਂ ਕਰਦੇ ਕਿਉਂਕਿ ਉੱਥੇ ਸਖਤਾਈ ਜ਼ਿਆਦਾ ਹੈ। ਤੁਹਾਨੂੰ ਕੀ ਲੱਗਦਾ ਵੀ ਸੰਸਥਾਵਾਂ ਦੇ ਇੱਦਾਂ ਕਰਨ ਨਾਲ ਮਸਲਾ ਹੱਲ ਹੋਊਗਾ ਜਾਂ ਸਖਤਾਈ ਨਾਲ ਹੱਲ ਹੋ ਸਕਦਾ? ਦੋਨੋਂ ਚੀਜ਼ਾਂ ਚਾਹੀਦੀਆਂ ਨੇ। ਸਖਤਾਈ ਨਾਲ ਕੁਝ ਹੱਦ ਤੱਕ ਹੋ ਜਾਂਦਾ ਹੈ। ਹੁਣ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਤੁਸੀਂ ਲੁਧਿਆਣੇ ਦੇ ਕਿਸੇ ਚੌਂਕ 'ਚ ਖੜ੍ਹੇ ਹੋ ਜਾਓ, ਜਾ ਕੇ ਉੱਥੇ 10 ਮਿੰਟ ਦੇਖੋ, ਜਿੱਥੇ ਲਾਈਟਾਂ ਲੱਗੀਆਂ ਹੁਣ ਉੱਥੇ ਖੜ੍ਹੇ ਹੋ। ਜੇ ਨਾਲ ਪੁਲਿਸ ਵਾਲਾ ਖੜ੍ਹਾ ਹੈ ਤਾਂ ਉਹ ਲਾਈਟਾਂ ਫੋਲੋ ਹੋ ਰਹੀਆਂ ਨੇ, ਜਿਸ ਵੇਲੇ ਪੁਲਿਸ ਵਾਲਾ ਚਲੇ ਗਿਆ ਉਸ ਵੇਲੇ ਫਿਰ ਉੱਥੇ ਘਸਮਾਨ ਪੈਣਾ ਸ਼ੁਰੂ ਹੋ ਜਾਂਦਾ, ਫਿਰ ਲਾਈਟ ਜੰਪ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਕਾਨੂੰਨ ਅਸੀਂ ਪਤਾ ਨਹੀਂ ਕਿਉਂ ਬਟ ਅੰਦਰੋਂ ਅਸੀਂ ਕਾਨੂੰਨ ਤੋਂ ਵੀ ਧਰਮ ਤੋਂ ਵੀ ਡਰ ਕੇ ਕੰਮ ਕਰਦੇ ਹਾਂ, ਉਹਦੀ ਇੱਜ਼ਤ ਕਰਕੇ ਨਹੀਂ ਕਰਦੇ। ਸੋ ਜਦ ਤੱਕ ਅਸੀਂ ਕਾਨੂੰਨ ਦੀ ਇੱਜ਼ਤ ਕਰਕੇ ਕੰਮ ਨਹੀਂ ਕਰਾਂਗੇ ਤਦ ਤੱਕ ਉਹ ਕਾਨੂੰਨ ਵੀ ਕਿਸੇ ਕੰਮ ਨਹੀਂ ਆਉਣੇ। ਇਕੱਲਾ ਡਰ ਕੁਛ ਨਹੀਂ ਕਰਵਾ ਸਕਦਾ। ਜਦ ਤੱਕ ਸਾਡੇ ਅੰਦਰੋਂ ਇਹ ਆਵਾਜ਼ ਨਹੀਂ ਉੱਠਦੀ ਕਿ ਹਾਂ ਅਸੀਂ ਇਹ ਕਰਨਾ ਹੈ, ਇਹ ਸਾਡੇ ਲਈ ਚੰਗਾ ਹੈ, ਉਨੀ ਦੇਰ ਤੱਕ ਉਹਦਾ ਕੋਈ ਫਾਇਦਾ ਨਹੀਂ ਹੋਣਾ। ਸੋ ਦੋਵੇਂ ਅਪਰੋਚ ਜਿਹੜੀਆਂ ਨੇ ਉਹ ਨਾਲ ਦੀ ਨਾਲ ਚੱਲਣੀਆਂ ਚਾਹੀਦੀਆਂ ਨੇ। ਜਿਹੜਾ ਪਤਾ ਹੋਣ ਦੇ ਬਾਵਜੂਦ ਨਹੀਂ ਕਰਦਾ ਉਹਦੇ ਲਈ ਸਜ਼ਾ ਜ਼ਰੂਰੀ ਹੈ, ਲੇਕਿਨ ਜਿਹੜਾ ਬੰਦੇ ਨੂੰ ਪਤਾ ਨਹੀਂ ਹੈ ਉਹਨੂੰ ਪਹਿਲਾਂ ਪਤਾ ਲਗਾਉਣਾ ਵੀ ਜ਼ਰੂਰੀ ਹੈ। ਸੋ ਉਸ ਲਈ ਅਵੇਅਰਨੈਸ ਜਿਹੜੀ ਹੈ ਅਸੀਂ ਉਹਦੇ 'ਤੇ ਜ਼ਿਆਦਾ ਕੰਮ ਕਰਦੇ ਹਾਂ। ਤੁਹਾਨੂੰ ਕੀ ਲੱਗਦਾ ਹੈਗਾ ਵੀ ਜੇਕਰ ਆਪਾਂ ਬਾਕੀ ਸਰਕਾਰਾਂ ਦੇ ਹਿਸਾਬ ਨਾਲ ਦੇਖੀਏ, ਕਿਸੇ ਹੋਰ ਮੁਲਕਾਂ ਦੀਆਂ ਸਰਕਾਰਾਂ ਦੇ ਹਿਸਾਬ ਨਾਲ ਦੇਖੀਏ, ਉਹ ਹਵਾ ਨੂੰ ਲੈ ਕੇ ਵੀ, ਜਿਵੇਂ ਮੈਨੂੰ ਅੱਜ ਹੀ ਸਵੇਰੇ ਮੈਂ ਗੱਲ ਕਰ ਰਿਹਾ ਸੀਗਾ ਵੀ ਅਮਰੀਕਾ ਦੇ ਵਿੱਚ ਅੱਗ ਨਹੀਂ ਲੱਗਦੀ, ਹੈ ਨਾ, ਅਤੇ ਉਹ ਬਚਾਉਂਦੇ ਆ ਕਿਵੇਂ ਨਾ ਕਿਵੇਂ ਕਰਕੇ, ਕਿਉਂਕਿ ਕਾਨੂੰਨ ਬਹੁਤ ਸਖਤ ਹੈ। ਤੁਹਾਨੂੰ ਕਿਵੇਂ ਲੱਗਦਾ ਵੀ ਕਿੰਨੀ ਸਰਕਾਰ ਕੀ ਕਰ ਸਕਦੀ ਹੈ? ਕਿਉਂਕਿ ਆਪਣੀ ਸਰਕਾਰ ਨੇ ਵੀ ਕਾਨੂੰਨ ਬਣਾਏ ਸੀ, ਹੈ ਨਾ, ਝੋਨੇ ਦੀ ਪਰਾਲੀ ਨੂੰ ਅੱਗ ਲੈ ਕੇ ਲਾ ਲਈਏ ਜਾਂ ਕੋਈ ਵੀ ਲਾ ਲਓ ਤੁਸੀਂ, ਕਾਨੂੰਨ ਬਣਦੇ ਆ, ਪਰ ਉਹਨਾਂ ਨੂੰ ਆਪਣੀ ਜਦੋਂ ਜਨਤਾ ਹੈਗੀ ਆ ਉਹ ਉਸ ਤਰੀਕੇ ਨਾਲ ਨਹੀਂ ਮੰਨਦੀ, ਤਾਂ ਮਤਲਬ ਅਸੀਂ ਆਪ ਦੇ ਪੈਰੀਂ ਆਪ ਕਹਾੜੀ ਮਾਰ ਰਹੇ ਹਾਂ। ਸਾਨੂੰ ਪਤਾ ਵੀ ਹੈ ਕਿ ਅਸੀਂ ਉਸ ਰੁੱਖ 'ਤੇ ਬੈਠੇ ਹਾਂ, ਡਾਣੇ 'ਤੇ ਬੈਠੇ ਇਹਨੂੰ ਵੱਢ ਰਹੇ ਹਾਂ, ਫਿਰ ਵੀ ਇਹ ਕਿਉਂ ਹੋ ਰਿਹਾ? ਮਤਲਬ ਤੁਹਾਨੂੰ ਕੀ ਲੱਗਦਾ? ਇਹ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ, ਸੋਚਦਾ ਵੀ ਯਾਰ ਉਹਨਾਂ ਦੇ ਮਨ 'ਚ ਬਲਬਲੇ ਆਪਣੇ ਆਪ ਉੱਠ ਜਾਣ, ਕੋਈ ਨਾ ਉਹਨਾਂ ਨੂੰ ਧੱਕੇ ਨਾਲ ਕਰੇ, ਤਾਂ ਪਰ ਫਿਰ ਵੀ ਕਰਨਾ ਪੈ ਰਿਹਾ। ਇੱਕ ਅੰਗਰੇਜ਼ੀ 'ਚ ਕਿਹਾ ਜਾਂਦਾ ਕੈਰਟ ਐਂਡ ਸਟਿਕ ਪੋਲਿਸੀ। ਸੋ ਫਿਲਹਾਲ ਜਿਹੜੀ ਹੈ ਉਹ ਸਟਿਕ ਜ਼ਿਆਦਾ ਚੱਲ ਰਹੀ ਹੈ, ਕੈਰਟ ਵੀ ਦਿਓ। ਇਨਸੈਂਟਿਵ ਜਿਹੜਾ ਹੈਗਾ ਉਹ ਇਸ ਹਿਸਾਬ ਨਾਲ ਹੋਣਾ ਚਾਹੀਦਾ ਹੈ ਕਿ ਉਹ ਬੰਦਾ ਉਹਦੇ ਨਾਲ ਉਤਸ਼ਾਹਿਤ ਹੋਵੇ ਉਹ ਕੰਮ ਕਰਨ ਲਈ। ਸੋ ਉਹਦੇ ਨਾਲ ਫਿਰ ਆਪਣੇ ਆਪ ਅੰਦਰੋਂ ਆਵਾਜ਼ ਆਊਗੀ, ਕਿਉਂਕਿ ਉਹਦੇ ਲਈ ਕੁਛ ਲਾਲਚ ਵੀ ਹੋਊਗਾ। ਸੋ ਹੌਲੀ ਹੌਲੀ ਉਹ ਜਿਹੜਾ ਲਾਲਚ ਹੈ ਉਹ ਫਿਰ ਆਦਤ 'ਚ ਤਬਦੀਲ ਹੋਣਾ ਸੰਭਾਵਨਾ ਬਣ ਜਾਂਦੀ ਹੈ। ਸੋ ਜੇ ਅਸੀਂ ਨਾਲ ਕੋਈ ਇਨਸੈਂਟਿਵ ਕੈਰਟ ਦੇ ਕੇ ਚੱਲਾਂਗੇ ਫਿਰ ਸ਼ਾਇਦ ਸਟਿਕ ਦੀ ਲੋੜ ਅੱਗੇ ਤੋਂ ਘੱਟ ਪਵੇ। ਬਿਲਕੁਲ ਸਹੀ ਗੱਲ। ਡਾਕਟਰ ਸਾਹਿਬ ਜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਜਿਵੇਂ ਲੁਧਿਆਣੇ ਨੂੰ ਕਿਹਾ ਜਾਂਦਾ ਵੀ ਲੁਧਿਆਣੇ 'ਚ ਸਭ ਤੋਂ ਜ਼ਿਆਦਾ ਪੋਲਿਊਸ਼ਨ ਹੈ ਨਾ, ਆਪਾਂ ਸਿਰਫ ਪਰਾਲੀ ਦੇ ਧੂਏਂ ਦੀ ਗੱਲ ਹੀ ਨਾ ਕਰੀਏ, ਆਪਾਂ ਸ਼ਹਿਰਾਂ ਦਾ ਜਿਹੜਾ ਗੱਡੀਆਂ ਦਾ ਜਾਂ ਏਸੀਆਂ ਦਾ ਲਾ ਲਓ, ਕੋਈ ਵੀ ਪ੍ਰਦੂਸ਼ਣ ਉਹਦੀ ਵੀ ਗੱਲ ਕਰੀਏ, ਬਹੁਤ ਸਾਰੇ ਮੈਂ ਦੇਖਿਆ ਚੌਂਕ ਦੇ ਵਿੱਚ ਇੱਥੇ ਖੜ੍ਹੇ ਹੁੰਦੇ ਆ, ਹੁਣ ਵੀ ਐਤਕੀ ਵੀ ਸ਼ਾਇਦ ਹੋਣ ਇਸ ਤੋਂ ਬਾਅਦ ਵੀ ਕਿਸਾਨ ਅੰਕਲ ਤੁਸੀਂ ਅੱਗ ਨਾ ਲਾਓ, ਪ੍ਰਦੂਸ਼ਣ ਹੁੰਦਾ। ਹਾਲਾਂਕਿ ਉਹਨਾਂ ਦੇ ਮਾਪੇ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਹੁੰਦੇ ਆ, ਕਿਉਂਕਿ ਇਹ ਤਾਂ 15 ਦਿਨਾਂ ਦੀ ਗੱਲ ਆ, ਉਹ ਪੂਰੇ ਸਾਲ ਦੀ ਗੱਲ ਹੈ। ਤੁਹਾਨੂੰ ਕੀ ਲੱਗਦਾ ਵੀ ਇਹਦੇ 'ਚ ਜਿਹੜੇ ਭਾਗੀਦਾਰ ਆ ਉਹ ਕਿਹੜਾ ਜ਼ਿਆਦਾ ਬੰਦਾ ਭਾਗੀਦਾਰ ਆ ਜਾਂ ਕਿਹੜਾ ਘੱਟ ਹੈ, ਜਾਂ ਫਿਰ ਇਹ ਕਿਉਂ ਇੱਕ ਦੂਜੇ 'ਤੇ ਬਲੇਮ ਕੀਤਾ ਜਾਂਦਾ? ਅਸੀਂ ਸਾਰੇ ਬਰਾਬਰ ਦੇ ਭਾਗੀਦਾਰ ਹਾਂ ਜੀ, ਘੱਟ ਜਾਂ ਵੱਧ ਵਾਲੀ ਕੋਈ ਗੱਲ ਨਹੀਂ। ਜੇ ਅਸੀਂ ਇਹ ਕਹਿੰਦੇ ਹਾਂ ਕਿ ਕਿਸਾਨ ਅੱਗ ਲਾ ਕੇ ਪੋਲਿਊਸ਼ਨ ਕਰਦੇ ਆ, 15 ਦਿਨ ਲਈ ਕਰਦੇ ਆ,
ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਜੇ ਨੇੜੇ ਦੀ ਮਾਰਕੀਟ 'ਚ ਵੀ ਜਾਣਾ ਹੈ, ਜਿਹੜੀ ਕਿ ਅਸੀਂ ਆਰਾਮ ਨਾਲ ਪੈਦਲ ਵੀ ਜਾ ਸਕਦੇ ਹਾਂ, ਤਾਂ ਵੀ ਅਸੀਂ ਕਾਰ ਚੱਕ ਕੇ ਜਾਂਦੇ ਹਾਂ ਜਾਂ ਸਕੂਟਰ ਚੱਕ ਕੇ ਜਾਂਦੇ ਹਾਂ। ਸੋ ਅਸੀਂ ਵੀ ਬਰਾਬਰ ਦੇ ਭਾਗੀਦਾਰ ਹਾਂ। ਉਹ ਤਾਂ 15 ਦਿਨ ਕਰ ਰਹੇ ਹੈ, ਅਸੀਂ ਸਾਰਾ ਸਾਲ ਉਹੀ ਕਰਦੇ ਹਾਂ। ਅਸੀਂ ਆਪਣੇ ਘਰ ਦਾ ਕੂੜਾ ਸਾਰਾ ਇਕੱਠਾ ਕਰਕੇ ਸਿੱਟ ਦਿੰਦੇ ਹਾਂ ਕਿ ਹਾਂ ਮਿਊਨਿਸਪੈਲਿਟੀ ਦਾ ਟਰੱਕ ਆਊਗਾ ਅਤੇ ਲੈ ਕੇ ਜਾਊਗਾ, ਫਿਰ ਉਹ ਜਾ ਕੇ ਪਹਾੜ ਬਣੂਗਾ ਕੂੜੇ ਦਾ, ਜਿਹੜਾ ਹਰ ਸ਼ਹਿਰ 'ਚ ਬਣਿਆ ਹੋਇਆ ਹੈ। ਫਿਰ ਅਸੀਂ ਸਰਕਾਰ ਨੂੰ ਗਾਲਾਂ ਕੱਢਾਂਗੇ ਵੀ ਤੁਸੀਂ ਇਹਨੂੰ ਸਾਫ਼ ਨਹੀਂ ਕਰਦੇ। ਸੋ ਅਸੀਂ ਆਪ ਕੀ ਕੀਤਾ? ਅਸੀਂ ਆਪ ਤਾਂ ਇੰਨਾ ਵੀ ਨਹੀਂ ਕੀਤਾ ਕਿ ਅਸੀਂ ਉਸ ਕਚਰੇ ਨੂੰ ਅੱਡ ਅੱਡ ਕਰ ਦਈਏ, ਕਿ ਉਹਦੇ 'ਚੋਂ ਜਿਹੜਾ ਗਲਣ ਜੋਗਾ ਹੈ ਉਹਨੂੰ ਅਲੱਗ ਕਰ ਦਈਏ, ਜਿਹੜਾ ਕਿ ਵਿਕ ਸਕਦਾ ਹੈ ਉਹਨੂੰ ਵੇਚ ਦਈਏ, ਜਿਹੜਾ ਕਿ ਰੀਸਾਈਕਲ ਹੋ ਸਕਦਾ ਹੈ ਅਸੀਂ ਉਹਨੂੰ ਦੁਬਾਰਾ ਵਰਤ ਲਈਏ। ਸੋ ਕਿਸੇ ਹੋਰ ਨੂੰ ਕਹਿਣ ਤੋਂ ਪਹਿਲਾਂ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ, ਬਹੁਤ ਜ਼ਰੂਰੀ ਹੈ। ਸੋ ਅਸੀਂ ਬਰਾਬਰ ਦੇ ਭਾਗੀਦਾਰ ਹਾਂ ਸਾਰੇ। ਇਹ ਨਹੀਂ ਹੈ ਕਿ ਕੋਈ ਵੱਧ ਜਾਂ ਘੱਟ ਕਰ ਰਿਹਾ ਹੈ, ਸਭ ਬਰਾਬਰ ਕਰ ਰਹੇ ਹਾਂ ਔਰ ਸਾਰਿਆਂ ਨੂੰ ਹੀ ਬਦਲਣ ਦੀ ਲੋੜ ਹੈ ਔਰ ਹਰ ਪੱਖ ਤੋਂ ਬਦਲਣ ਦੀ ਲੋੜ ਹੈ। ਬਿਲਕੁਲ। ਡਾਕਟਰ ਸਾਹਿਬ, ਤੁਹਾਡੇ ਇਹਦੇ 'ਚ ਸੋਚ ਦੇ ਵਿੱਚ ਪਾਣੀ ਨੂੰ ਲੈ ਕੇ ਜਿਹੜਾ ਕੋਈ ਬੰਦਾ ਕੰਮ ਕਰ ਰਿਹਾ, ਖਾਸ ਤੌਰ 'ਤੇ ਪੰਜਾਬ ਪਾਣੀਆਂ ਦੇ ਨਾਮ 'ਤੇ ਹੈ, ਇਹਦੇ ਬਾਰੇ ਅਖੀਰ ਦੇ ਵਿੱਚ ਜ਼ਰੂਰ ਦੱਸੋ ਵੀ ਪਾਣੀਆਂ ਨੂੰ ਲੈ ਕੇ ਕੰਮ ਜਿਹੜੇ ਹੋ ਰਹੇ ਆ ਉਹ ਕਿਹੋ ਜਿਹੇ ਹੋ ਰਹੇ ਆ, ਅਤੇ ਕੋਈ ਅਜਿਹਾ ਕੰਮ ਹੋ ਰਿਹਾ ਵੀ ਜਿਵੇਂ ਪਾਣੀ ਥੱਲੇ ਜਾ ਰਿਹਾ ਆਪਣਾ, ਜਾਂ ਦਰਿਆਈ ਪਾਣੀ ਪੂਰਾ ਖਰਾਬ ਹੋ ਰਿਹਾ? ਕੰਮ ਹੋ ਰਹੇ ਨੇ ਜੀ ਬਹੁਤ ਸਾਰੇ। ਜਿਵੇਂ ਹੁਣ ਲੇਟੈਸਟ ਸਰਕਾਰ ਦੀ ਵੀ ਪਾਲਿਸੀ ਆਈ ਹੈ ਕਿ ਛੱਪੜ ਬਣਾਉਣੇ ਨੇ, ਜਿੱਥੇ ਨਹੀਂ ਹੈਗੇ ਉੱਥੇ ਬੇਸ਼ੱਕ ਜ਼ਮੀਨ ਐਕਵਾਇਰ ਕਰਕੇ ਬਣਾਉਣੇ ਨੇ। ਹੁਣ ਸਰਕਾਰ ਛੱਪੜ ਬਣਾ ਸਕਦੀ ਹੈ, ਕੋਈ ਸਮੱਸਿਆ ਨਹੀਂ ਹੈ, ਪੈਸੇ ਵੀ ਲੱਗ ਜਾਣਗੇ, ਛੱਪੜ ਵੀ ਬਣ ਜਾਣਗੇ, ਲੇਕਿਨ ਬਾਅਦ 'ਚ ਜਿਹੜਾ ਉਹਨਾਂ ਨੂੰ ਸੰਭਾਲਣਾ ਹੈ, ਉਹਨਾਂ ਨੂੰ ਸਾਫ਼ ਰੱਖਣਾ ਹੈ, ਉਹ ਤਾਂ ਸਾਡੀ ਆਪਣੀ ਜ਼ਿੰਮੇਵਾਰੀ ਬਣਨੀ ਹੈ। ਸੋ ਉਹਦੇ ਲਈ ਆਪਾਂ ਹੁਣ ਵਾਲੇ ਛੱਪੜ ਦੇਖ ਲਈਏ ਕਿ ਅਸੀਂ ਉਹਨਾਂ ਨੂੰ ਕਿੰਨਾ ਕੁ ਸਾਫ਼ ਰੱਖਿਆ। ਸੋ ਜੇ ਅਸੀਂ ਜੋ ਹੈ ਉਹਨੂੰ ਨਹੀਂ ਸੰਭਾਲਾਂਗੇ ਤਾਂ ਜੋ ਆਉਣ ਵਾਲਾ ਹੈ, ਜੋ ਹਲੇ ਬਣਨਾ ਹੈ, ਉਹਨੂੰ ਸੰਭਾਲਣ ਦੀ ਅਸੀਂ ਕੀ ਉਮੀਦ ਰੱਖ ਸਕਦੇ ਹਾਂ। ਸੋ ਬਦਲਾਅ ਉਸ ਲੈਵਲ 'ਤੇ ਵੀ ਜ਼ਰੂਰੀ ਹੈ। ਸੋ ਜੇ ਉਹ ਸਾਰੇ ਛੱਪੜ ਬਣਨਗੇ ਔਰ ਸਹੀ ਤਰੀਕੇ ਨਾਲ ਸਾਂਭੇ ਜਾਣਗੇ ਤਾਂ ਗਰਾਊਂਡ ਵਾਟਰ ਰੀਚਾਰਜ ਆਪਣੇ ਆਪ ਵਧੂਗਾ। ਉਸ ਤੋਂ ਇਲਾਵਾ ਪਾਣੀ ਦੀ ਵੇਸਟੇਜ ਜਿੰਨੀ ਹੈਗੀ ਹੈ ਉਹਨੂੰ ਘਟਾ ਸਕਦੇ ਹਾਂ। ਹੁਣ ਖੇਤਾਂ 'ਚ ਵੀ ਇੱਦਾਂ ਹੀ ਹੁੰਦਾ ਹੈ ਕਿ ਮੋਟਰ ਛੱਡ ਕੇ ਤੇ ਸੌਂ ਜਾਓ, ਕਿਉਂਕਿ ਬਿਜਲੀ ਫ੍ਰੀ ਹੈ, ਇਸ ਲਈ ਜਿੰਨਾ ਪਾਣੀ ਚੱਲ ਰਿਹਾ ਚੱਲਣ ਦਿਓ। ਹੁਣ ਜਿਹੜਾ ਧਰਤੀ 'ਚੋਂ ਨਿਕਲ ਕੇ ਆ ਰਿਹਾ ਹੈ, ਜਿੰਨਾ ਅਸੀਂ ਕੱਢ ਰਹੇ ਹਾਂ ਉਨਾ ਜੀਰ ਤਾਂ ਰਿਹਾ ਨਹੀਂ। ਸੋ ਉਹਦੇ 'ਚ ਫਰਕ। ਉਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਹੈ ਕਿ ਕਾਰਪੋਰੇਸ਼ਨ ਦੀ ਟੂਟੀ ਲੱਗੀ ਹੈ, ਉਹਨੂੰ ਖੁੱਲ੍ਹੀ ਛੱਡ ਦਿਓ। ਜੇ ਪਬਲਿਕ ਟੋਇਲਟ ਹੈਗੀ ਹੈ ਟੂਟੀ, ਤਾਂ ਉਹ ਜਿੰਨੀ ਦੇਰ ਪਾਣੀ ਆ ਰਿਹਾ ਉਨੀ ਦੇਰ ਚੱਲ ਰਹੀ ਹੈ, ਉਹਨੂੰ ਬੰਦ ਕਰਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਉਹਦਾ ਬਿੱਲ ਨਹੀਂ ਆ ਰਿਹਾ। ਸੋ ਇਹ ਚੀਜ਼ਾਂ ਸ਼ਹਿਰਾਂ 'ਚ ਵੀ ਬਦਲਣ ਦੀ ਲੋੜ ਹੈ। ਪਾਣੀ ਦੀ ਵੇਸਟੇਜ ਸ਼ਹਿਰਾਂ 'ਚ ਜਿੰਨੀ ਹੁੰਦੀ ਹੈ ਉਹ ਵੀ ਘਟਾਉਣ ਦੀ ਲੋੜ ਹੈ। ਇਸੇ ਤਰ੍ਹਾਂ ਖੇਤਾਂ 'ਚ ਜੇ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਤੁਸੀਂ ਇਹਨੂੰ ਇੰਨਾ ਪਾਣੀ ਲਾਉਣਾ ਹੈ, ਤਾਂ ਜੇ ਆਪਾਂ ਉਹਨੂੰ ਉਨੇ ਤੱਕ ਹੀ ਸੀਮਿਤ ਕਰ ਸਕੀਏ ਤਾਂ ਉਨਾ ਪਾਣੀ ਸਾਨੂੰ ਘੱਟ ਕੱਢਣਾ ਪਊਗਾ। ਅਸੀਂ ਨਹਿਰਾਂ ਦਾ ਪਾਣੀ ਵਰਤਣਾ ਛੱਡ ਗਏ ਹਾਂ ਪਹਿਲਾਂ ਵਾਂਗੂ। ਜਿੱਥੇ ਕਿਤੇ ਅਵੇਲੇਬਲ ਹੈਗਾ ਵੀ ਹੈ ਉਹ ਵੀ ਨਹੀਂ ਉਨਾ ਵਰਤਿਆ ਜਾ ਰਿਹਾ ਜਿੰਨਾ ਵਰਤਿਆ ਜਾ ਸਕਦਾ। ਸੋ ਉਹਨੂੰ ਮੁੜ ਤੋਂ ਵਰਤਣਾ ਸ਼ੁਰੂ ਕੀਤਾ ਜਾਵੇ। ਜਿਹੜਾ ਸਾਡਾ ਸਰਫੇਸ ਵਾਟਰ ਹੈ ਉਹਨੂੰ ਸਹੀ ਤਰੀਕੇ ਨਾਲ ਵਰਤੀਏ ਤਾਂ ਸਾਨੂੰ ਥੱਲਿਓਂ ਪਾਣੀ ਉਨਾ ਕੱਢਣ ਦੀ ਲੋੜ ਹੀ ਨਾ ਪਵੇ। ਸੋ ਇਹਦੇ ਲਈ ਵੀ ਹਰ ਵਰਗ ਨੂੰ ਬਰਾਬਰ ਦਾ ਕੰਮ ਕਰਨ ਦੀ ਲੋੜ। ਹਾਂਜੀ, ਤੁਹਾਡੇ 'ਚ ਵੀ ਕੋਈ ਆਇਆ ਬੰਦਾ ਜਿਹਨਾਂ ਨੇ ਪਾਣੀ ਲਈ ਖਾਸ ਕੀਤਾ? ਅਸੀਂ ਇਸ ਵਾਰ ਕੋਸ਼ਿਸ਼ ਕਰ ਰਹੇ ਹਾਂ ਜੀ। ਅਸੀਂ ਇੱਕ ਇਨਾਮ ਉਸ ਛੱਪੜ ਲਈ ਵੀ ਰੱਖਿਆ ਹੈ, ਉਸ ਪਿੰਡ ਲਈ, ਪੰਚਾਇਤ ਲਈ ਜਾਂ ਉਸ ਸੰਸਥਾ ਲਈ ਜਿਹੜੀ ਉਹਨੂੰ ਸੰਭਾਲ ਰਹੀ ਹੈ, ਕਿ ਜਿਹੜਾ ਆਪਣੇ ਛੱਪੜ ਨੂੰ ਕੁਦਰਤੀ ਰੂਪ 'ਚ ਸੰਭਾਲ ਰਹੇ ਨੇ, ਪੱਕਾ ਕਰਕੇ ਨਹੀਂ ਕਿ ਉਹਦੇ ਟੈਂਕ ਨਾ ਬਣਾਏ ਗਏ ਹੋਣ, ਕੁਦਰਤੀ ਰੂਪ 'ਚ ਸਾਂਭਿਆ ਹੋਏ, ਤਾਂ ਕਿ ਛੱਪੜ ਜਿਹੜਾ ਹੈ ਉਹ ਇਕੱਲਾ ਪਾਣੀ ਦਾ ਸਰੋਤ ਨਹੀਂ ਹੈ, ਉਹ ਇਕੱਲਾ ਪਾਣੀ ਜੀਰਨ ਦਾ ਸਰੋਤ ਨਹੀਂ ਹੈ, ਉਹ ਜ਼ਿੰਦਗੀ ਦਾ ਸਰੋਤ ਹੈ। ਉਹ ਆਪਣੇ ਆਪ 'ਚ ਇੱਕ ਪੂਰਾ ਇਕੋਸਿਸਟਮ ਹੁੰਦਾ ਹੈ। ਛੱਪੜ ਦੇ ਵਿੱਚ ਬਹੁਤ ਸਾਰੇ ਪੌਦੇ ਪਨਪਦੇ ਨੇ, ਉਹਨਾਂ ਪੌਦਿਆਂ 'ਤੇ ਕੀੜੇ ਆਉਂਦੇ ਨੇ, ਜਾਂ ਉਹਨਾਂ ਪੌਦਿਆਂ ਨੂੰ ਖਾਣ ਲਈ, ਉਹਨਾਂ ਕੀੜਿਆਂ ਨੂੰ ਖਾਣ ਲਈ ਉਹਦੇ 'ਤੇ ਪੰਛੀ ਆਉਂਦੇ ਨੇ। ਸੋ ਪਹਿਲਾਂ ਤੁਸੀਂ ਪੰਛੀਆਂ ਦੇ, ਹੁਣ ਵੀ ਪ੍ਰਵਾਸੀ ਪੰਛੀਆਂ ਦੇ ਵੀ ਬਹੁਤ ਸਾਰੇ ਪੰਜਾਬੀ ਨਾਮ ਲੱਭ ਜਾਣਗੇ। ਉਹ ਇਸੇ ਲਈ ਲੱਭਦੇ ਨੇ ਕਿ ਸਾਡੇ ਛੱਪੜਾਂ 'ਚ ਪੰਛੀ ਆਉਂਦੇ ਸੀ, ਅਸੀਂ ਉਹਨਾਂ ਨੂੰ ਪਛਾਣਦੇ ਸੀ, ਦੇਖਦੇ ਸੀ, ਉਹਨਾਂ ਨਾਲ ਸਾਡਾ ਸੰਬੰਧ ਬਣਿਆ, ਅਸੀਂ ਉਹਨਾਂ ਦੇ ਨਾਂ ਰੱਖੇ। ਹੁਣ ਤੁਸੀਂ ਦੇਖੋ ਪਿਛਲੇ ਬਹੁਤ ਸਮੇਂ ਤੋਂ ਲਗਾਤਾਰ ਪ੍ਰਵਾਸੀ ਪੰਛੀ ਘਟਦੇ ਜਾ ਰਹੇ ਨੇ। ਉਹ ਸਿਰਫ ਇਸ ਲਈ ਨਹੀਂ ਘਟ ਰਹੇ ਕਿ ਹਾਂ ਅਸੀਂ ਪੌਂਗ ਡੈਮ 'ਚ ਦੇਖ ਕੇ ਕਹਿ ਦਿੰਦੇ ਹਾਂ ਕਿ ਹਾਂਜੀ ਪ੍ਰਵਾਸੀ ਪੰਛੀ ਘੱਟ ਆਏ। ਉਹ ਇਸ ਲਈ ਵੀ ਘੱਟ ਆਏ ਕਿ ਉਹਨਾਂ ਨੂੰ ਰਸਤੇ 'ਚ ਆਉਣ ਲੱਗਿਆਂ ਬਹੁਤ ਸਾਰੇ ਛੋਟੇ ਛੋਟੇ ਐਸੇ ਤਲਾਬ, ਛੱਪੜ ਮਿਲਦੇ ਸੀ ਜਿੱਥੇ ਉਹ ਇੱਕ ਦਿਨ 2 ਦਿਨ ਰੁਕ ਕੇ ਆਪਣਾ ਖਾਣਾ ਲੈਂਦੇ ਸੀ, ਐਨਰਜੀ ਦੁਬਾਰਾ ਇਕੱਠੀ ਕਰਦੇ ਸੀ ਅਤੇ ਫਿਰ ਉੱਡਦੇ ਸੀ। ਸੋ ਹੁਣ ਉਹਨਾਂ ਨੂੰ ਉਹ ਲੱਭਣੇ ਘੱਟ ਗਏ। ਸੋ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਸਾਡੇ ਪ੍ਰਵਾਸੀ ਪੰਛੀ ਘਟ ਰਹੇ ਨੇ। ਸੋ ਇਸੇ ਤਰ੍ਹਾਂ ਅਸੀਂ ਉਹ ਜਿਹੜਾ ਛੱਪੜ ਸੀ, ਇੱਕ ਪੂਰਾ ਇਕੋਸਿਸਟਮ ਸੀ, ਅਸੀਂ ਉਹਨੂੰ ਪੱਕੇ ਕਰਕੇ ਜਾਂ ਗੰਧਲਾ ਕਰਕੇ ਉਹ ਇਕੋਸਿਸਟਮ ਖਰਾਬ ਕਰਤਾ।
ਸੋ ਉਹਦੇ ਨਾਲ ਸਾਰਾ ਸਾਈਕਲ ਵਿਗੜ ਗਿਆ। ਜਿਹੜੇ ਪੰਛੀ ਉਹਦੇ 'ਤੇ ਆਉਂਦੇ ਸੀ ਉਹ ਸਾਡੇ ਖੇਤਾਂ ਦੇ ਕੀੜੇ ਵੀ ਖਾ ਜਾਂਦੇ ਸੀ। ਉਹਦੇ ਨਾਲ ਸਾਨੂੰ ਸਪਰੇਅ ਘੱਟ ਕਰਨ ਦੀ ਲੋੜ ਪੈਂਦੀ ਸੀ। ਸੋ ਹੁਣ ਉਹ ਪੰਛੀ ਨਹੀਂ ਆ ਰਹੇ ਤਾਂ ਉਹ ਕੀੜੇ ਵੱਧ ਰਹੇ ਨੇ, ਸਾਨੂੰ ਉਨੇ ਜ਼ਿਆਦਾ ਸਪਰੇਅ ਕਰਨੇ ਪੈ ਰਹੇ ਨੇ। ਅਸੀਂ ਉਹਨਾਂ ਦੇ ਜੋ ਕੁਦਰਤੀ ਦੁਸ਼ਮਣ ਸੀ ਉਹਨਾਂ ਨੂੰ ਮੁਕਾ ਦਿੱਤਾ। ਸੋ ਇਹ ਤਾਂ ਹੀ ਅਸੀਂ ਕਹਿੰਦੇ ਹਾਂ ਕਿ ਸਭ ਕੁਛ ਇੱਕ ਦੂਜੇ ਨਾਲ ਜੁੜਿਆ ਹੋਇਆ। ਜੇ ਅਸੀਂ ਉਹਨੂੰ ਅਲੱਗ-ਅਲੱਗ ਕਰਕੇ ਦੇਖਾਂਗੇ ਤਾਂ ਫਿਰ ਉਹਦਾ ਕੋਈ ਨਤੀਜਾ ਨਹੀਂ ਨਿਕਲਣਾ। ਉਹਨੂੰ ਇਕੱਠੇ ਦੇਖਣਾ ਪੈਣਾ। ਐਵੇਂ ਤੁਸੀਂ ਸਭ ਇਕੱਠਾ ਕਰਤਾ। ਤਾਂ ਹੀ ਅਸੀਂ ਸਭ ਕੁਝ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ। ਥੈਂਕ ਯੂ।